ਮੇਰਾ ਨਾਮ ਰਜਨੀ ਹੈ। ਮੇਰੀ ਬੇਟੀ ਦਾ ਨਾਮ ਅਰਚਨਾ ਹੈ। ਜਦ ਮੈਂ ਵਿਧਵਾ ਹੋਈ ਤਾਂ ਮੇਰੇ ਮਾਂ-ਬਾਪ ਨੇ ਮੇਰਾ ਦੂਜਾ ਵਿਆਹ ਕਰਵਾ ਦਿੱਤਾ। ਮੇਰਾ ਵਿਆਹ ਇੱਕ ਅਜਿਹੇ ਵਿਅਕਤੀ ਨਾਲ ਕਰਵਾ ਦਿੱਤਾ ਜਿਸ ਦਾ ਪਹਿਲਾਂ ਹੀ ਇੱਕ ਬੇਟਾ ਸੀ ਤੇ ਮੇਰੇ ਕੋਲ ਇੱਕ ਬੇਟੀ ਸੀ। ਹੁਣ ਮੇਰਾ ਬੇਟਾ ਤੇ ਬੇਟੀ ਇੱਕ ਹੀ ਕਮਰੇ ਵਿੱਚ ਸੌਂਦੇ ਸਨ, ਪਰ ਸਵੇਰੇ ਉੱਠਦੇ ਹੀ ਮੇਰੀ ਬੇਟੀ ਬੈੱਡ ਦੀ ਚਾਦਰ ਬਦਲ ਦਿੰਦੀ ਤੇ ਪੁਰਾਣੀ ਚਾਦਰ ਨੂੰ ਧੋਣ ਲੱਗ ਜਾਂਦੀ ਤੇ ਫਿਰ ਖੁਦ ਨਹਾਉਣ ਚਲੇ ਜਾਂਦੀ। ਕਈ ਵਾਰ ਤਾਂ ਮੇਰੀ ਬੇਟੀ ਬੇਹੋਸ਼ ਵੀ ਹੋ ਜਾਇਆ ਕਰਦੀ ਸੀ। ਉਹ ਦਿਨ ਪਰ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਇੱਕ ਦਿਨ ਮੈਂ ਸਵੇਰੇ ਜਲਦੀ ਉੱਠ ਕੇ ਆਪਣੀ ਬੇਟੀ ਦੇ ਕਮਰੇ ਵਿੱਚ ਚਲੇ ਗਈ ਤਾਂ ਉੱਥੋਂ ਦਾ ਮਾਹੌਲ ਦੇਖ ਕੇ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਦਿਲ ਤੋਂ ਇੱਕੋ ਬੇਨਤੀ ਨਿਕਲੀ ਕਿ ਹੇ ਭਗਵਾਨ, ਕਦੇ ਕਿਸੇ ਮਾਂ ਨੂੰ ਅਜਿਹਾ ਮੰਜ਼ਰ ਨਾ ਦਿਖਾਈਂ, ਕਿਉਂਕਿ ਉੱਥੇ ਮੇਰੀ ਬੇਟੀ ਤੇ ਬੇਟਾ। ਮੇਰੇ ਵਿਆਹ ਨੂੰ ਅਜੇ 4 ਸਾਲ ਹੀ ਹੋਏ ਸਨ ਕਿ ਮੈਂ ਵਿਧਵਾ ਹੋ ਗਈ। ਮੈਂ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਉਹਨਾਂ 'ਤੇ ਬੋਝ ਸੀ, ਕਿਉਂਕਿ ਮੇਰੇ ਪੈਦਾ ਹੋਣ ਤੋਂ ਬਾਅਦ ਮੇਰੀ ਮਾਂ ਦੇ ਹੋਰ ਕੋਈ ਬੱਚਾ ਨਹੀਂ ਹੋਇਆ ਸੀ। ਪਰ ਮੇਰੇ ਪਿਤਾ ਜੀ ਨੂੰ ਤਾਂ ਬੇਟੇ ਦੀ ਇੱਛਾ ਸੀ, ਇਸ ਲਈ ਉਹ ਮੈਨੂੰ ਪਸੰਦ ਨਹੀਂ ਕਰਦੇ ਸਨ ਤੇ ਹਮੇਸ਼ਾ ਹੀ ਮੇਰੇ ਤੋਂ ਅਲੱਗ ਰਹਿੰਦੇ ਸਨ। ਮੈਨੂੰ ਦਿਲ ਤੋਂ ਪਿਆਰ ਨਹੀਂ ਕਰਦੇ ਸਨ ਤੇ ਇਸੇ ਲਈ ਉਹਨਾਂ ਨੇ ਮੇਰਾ ਵਿਆਹ ਵੀ 20 ਸਾਲ ਦੀ ਉਮਰ ਵਿੱਚ ਹੀ ਕਰਵਾ ਦਿੱਤਾ ਸੀ। ਮੇਰੇ ਪਤੀ ਇੱਕ ਪ੍ਰਾਈਵੇਟ ਨੌਕਰੀ ਕਰਦੇ ਸਨ ਤੇ ਸਾਡੀ 3 ਸਾਲ ਦੀ ਬੇਟੀ ਸੀ। ਪਰ ਇੱਕ ਦਿਨ ਨੌਕਰੀ ਤੋਂ ਵਾਪਸ ਆਉਂਦੇ ਹੋਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਵੀ ਮੇਰਾ ਸਾਥ ਛੱਡ ਗਏ ਸਨ। ਮੇਰੇ 'ਤੇ ਤਾਂ ਜਿਵੇਂ ਕਿਆਮਤ ਦਾ ਪਹਾੜ ਟੁੱਟ ਗਿਆ ਹੋਵੇ। ਉਹ ਸਮਾਂ ਮੇਰੇ ਲਈ ਬਹੁਤ ਮੁਸ਼ਕਲ ਭਰਿਆ ਸੀ। ਕੁਝ ਦਿਨ ਲੰਘੇ ਤਾਂ ਮੇਰੇ ਸੱਸ ਸਹੁਰੇ ਨੇ ਵੀ ਮੈਨੂੰ ਮੇਰੇ ਮਾਂ-ਬਾਪ ਦੇ ਘਰ ਵਾਪਸ ਭੇਜ ਦਿੱਤਾ ਸੀ। ਸ਼ਾਇਦ ਉਹਨਾਂ ਉੱਤੇ ਵੀ ਮੈਂ ਬੋਝ ਹੀ ਸੀ। ਉਹ ਵੀ ਮੈਨੂੰ ਚੰਗਾ ਨਹੀਂ ਸਮਝਦੇ ਸਨ। ਫਿਰ ਮੈਂ ਚੁੱਪਚਾਪ ਆਪਣੇ ਮਾਂ-ਬਾਪ ਨਾਲ ਵਾਪਸ ਆ ਗਈ। ਮੈਂ ਲੁਕ-ਲੁਕ ਕੇ ਆਪਣੀ ਬੇਟੀ ਦੇ ਸੀਨੇ ਲੱਗ ਕੇ ਬਹੁਤ ਰੋਂਦੀ ਸੀ। ਕੁਝ ਸਮੇਂ ਬਾਅਦ ਮੇਰੇ ਮਾਂ-ਬਾਪ ਨੇ ਮੇਰਾ ਦੂਜਾ ਵਿਆਹ ਕਰਵਾ ਦਿੱਤਾ। ਮੇਰਾ ਵਿਆਹ ਜਿਸ ਵਿਅਕਤੀ ਨਾਲ ਕਰਵਾਇਆ ਸੀ, ਉਸ ਦਾ ਵੀ ਪਹਿਲਾਂ ਇੱਕ ਬੇਟਾ ਸੀ ਤੇ ਮੇਰੀ ਇੱਕ ਬੇਟੀ ਸੀ। ਅਸੀਂ ਦੋਨੇ ਇੱਕੋ ਜਿਹੇ ਸੀ, ਇਸੇ ਲਈ ਸਾਡਾ ਵਿਆਹ ਹੋ ਗਿਆ। ਉਸ ਦਾ ਬੇਟਾ ਮੇਰੀ ਬੇਟੀ ਤੋਂ 1 ਸਾਲ ਵੱਡਾ ਸੀ। ਉਸ ਦੇ ਬੇਟੇ ਦਾ ਨਾਮ ਰਾਹੁਲ ਸੀ ਤੇ ਮੇਰੀ ਬੇਟੀ ਦਾ ਨਾਮ ਅਰਚਨਾ ਸੀ। ਅਸੀਂ ਸਾਰੇ ਇਕੱਠੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਸਮਾਂ ਇਸੇ ਤਰ੍ਹਾਂ ਬੀਤਦਾ ਗਿਆ। ਹੁਣ ਮੇਰੀ ਬੇਟੀ 17 ਸਾਲ ਦੀ ਹੋ ਗਈ ਸੀ ਤੇ ਰਾਹੁਲ 18 ਸਾਲ ਦਾ ਹੋ ਗਿਆ ਸੀ। ਜਦ ਰਾਹੁਲ ਦੇ ਪਿਤਾ ਵੀ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਏ। ਉਹ ਅਕਸਰ ਬਿਮਾਰ ਰਹਿੰਦੇ ਸਨ। ਚਲੋ ਸਾਡਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ, ਪਰ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਜਿਵੇਂ ਸਾਡੇ ਘਰ ਦੀ ਰੌਣਕ ਹੀ ਚਲੀ ਗਈ ਹੋਵੇ। ਸਾਡੇ ਘਰ ਵਿੱਚ ਇੱਕ ਕਮਰੇ ਵਿੱਚ ਕਰਿਆਨੇ ਦੀ ਦੁਕਾਨ ਕੀਤੀ ਹੋਈ ਸੀ। ਇੱਕ ਦਿਨ ਅਸੀਂ ਸਾਰੇ ਸੋ ਰਹੇ ਸੀ ਕਿ ਅਚਾਨਕ ਰਾਤ ਨੂੰ ਬਹੁਤ ਜ਼ੋਰ ਦੇ ਖੜਾਕੇ ਦੀ ਆਵਾਜ਼ ਆਈ। ਮੇਰਾ ਦਿਲ ਬਹੁਤ ਘਬਰਾ ਗਿਆ ਸੀ। ਮੈਂ ਜਲਦੀ ਨਾਲ ਉੱਠੀ। ਮੈਂ ਦੇਖਿਆ ਇਹ ਆਵਾਜ਼ ਤਾਂ ਰਾਹੁਲ ਦੇ ਕਮਰੇ ਵਿੱਚੋਂ ਆਈ ਸੀ। ਮੈਂ ਭੱਜ ਕੇ ਉਸਦੇ ਕਮਰੇ ਵੱਲ ਗਈ ਤਾਂ ਦੇਖਿਆ ਕਿ ਕਮਰੇ ਦੀ ਛੱਤ ਡਿੱਗ ਗਈ ਸੀ। ਇਹ ਦੇਖ ਕੇ ਮੈਂ ਡਰ ਗਈ ਕਿ ਕਿਤੇ ਰਾਹੁਲ ਇਸ ਛੱਤ ਦੇ ਨੀਚੇ ਤਾਂ ਨਹੀਂ ਦਬ ਗਿਆ। ਜਦ ਮੈਂ ਅੱਗੇ ਜਾ ਕੇ ਦੇਖਿਆ ਤਾਂ ਰਾਹੁਲ ਉੱਥੇ ਨਹੀਂ ਸੀ। ਸ਼ਾਇਦ ਉਹ ਬਾਥਰੂਮ ਕਰਨ ਲਈ ਉੱਠਿਆ ਸੀ, ਇਸ ਲਈ ਉਸਦੀ ਜਾਨ ਬਚ ਗਈ। ਮੈਂ ਰੱਬ ਦਾ ਸ਼ੁਕਰੀਆ ਅਦਾ ਕੀਤਾ ਕਿ ਸ਼ੁਕਰ ਹੈ ਉਸ ਨੂੰ ਕੋਈ ਸੱਟ ਨਹੀਂ ਲੱਗੀ। ਜੇ ਉਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਉਸਦੇ ਪਿਤਾ ਨੂੰ ਕੀ ਮੂੰਹ ਦਿਖਾਉਂਦੀ। ਪਰ ਹੁਣ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਛੱਤ ਦੁਬਾਰਾ ਪਾ ਸਕੀਏ, ਕਿਉਂਕਿ ਸਾਰੀ ਛੱਤ ਡਿੱਗ ਗਈ ਸੀ ਤੇ ਸਾਰੇ ਕਮਰੇ ਦਾ ਕਬਾੜਾ ਹੋ ਗਿਆ ਸੀ। ਇਸ ਲਈ ਅਸੀਂ ਉਸ ਨੂੰ ਉਸਦੇ ਹਾਲ 'ਤੇ ਹੀ ਛੱਡ ਦਿੱਤਾ। ਇਸ ਲਈ ਮੈਂ ਆਪਣਾ ਬਿਸਤਰ ਰਸੋਈ ਵਿੱਚ ਹੀ ਲਗਾ ਲਿਆ ਤੇ ਕਮਰੇ ਵਿੱਚ ਦੋਨੋਂ ਬੱਚਿਆਂ ਨੂੰ ਸੌਣ ਲਈ ਕਿਹਾ ਸੀ, ਕਿਉਂਕਿ ਬਾਹਰ ਬਹੁਤ ਜ਼ਿਆਦਾ ਸਰਦੀ ਸੀ। ਬਾਹਰ ਤਾਂ ਪੈ ਵੀ ਨਹੀਂ ਸਕਦੇ ਸੀ। ਕਮਰੇ ਵਿੱਚ ਇੱਕ ਬੈੱਡ ਤੇ ਇੱਕ ਮੰਜਾ ਲੱਗਿਆ ਹੋਇਆ ਸੀ ਤੇ ਕਮਰਾ ਵੀ ਬਹੁਤ ਛੋਟਾ ਸੀ। ਉਸ ਦੇ ਵਿੱਚ 2 ਜਣੇ ਹੀ ਸੌਂ ਸਕਦੇ ਸੀ। ਹੁਣ ਦੋਨੇ ਬੱਚੇ ਇੱਕ ਹੀ ਕਮਰੇ ਵਿੱਚ ਸੌਂਦੇ ਸੀ। ਮਜਬੂਰੀ ਸੀ, ਕੀ ਕਰ ਸਕਦੇ ਸੀ। ਸਾਡੇ ਘਰ ਵਿੱਚ 3 ਹੀ ਕਮਰੇ ਸਨ। ਇੱਕ ਦੀ ਛੱਤ ਡਿੱਗ ਗਈ ਸੀ ਤੇ ਦੂਜੇ ਵਿੱਚ ਕਰਿਆਨੇ ਦੀ ਦੁਕਾਨ ਕੀਤੀ ਹੋਈ ਸੀ। ਬਾਕੀ ਇੱਕ ਹੀ ਕਮਰਾ ਬਚਿਆ ਸੀ। ਦੁਕਾਨ ਕਰਨੀ ਵੀ ਜ਼ਰੂਰੀ ਸੀ, ਕਿਉਂਕਿ ਫਿਰ ਖਰਚਾ ਕਿਸ ਤਰ੍ਹਾਂ ਕਰਦੇ। ਇੱਕ ਦਿਨ ਸਵੇਰੇ-ਸਵੇਰੇ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਰਾਹੁਲ ਤਾਂ ਸਵੇਰੇ ਉੱਠ ਕੇ ਨਾਸ਼ਤਾ ਕਰਕੇ ਤਿਆਰ ਹੋ ਗਿਆ ਸੀ, ਪਰ ਅਰਚਨਾ ਅਜੇ ਤੱਕ ਨਹੀਂ ਉੱਠੀ ਸੀ। ਉਹ ਤਾਂ ਇੰਨੀ ਦੇਰ ਤੱਕ ਸੌਂਦੀ ਨਹੀਂ ਸੀ, ਪਰ ਅੱਜ ਉਹ ਇੰਨੀ ਦੇਰ ਤੱਕ ਕਿਉਂ ਸੌਂ ਰਹੀ ਸੀ। ਉਹ ਤਾਂ ਸਵੇਰੇ ਜਲਦੀ ਉੱਠ ਜਾਇਆ ਕਰਦੀ ਸੀ। ਮੈਂ ਉਸਨੂੰ ਆਵਾਜ਼ ਵੀ ਲਗਾਈ, ਪਰ ਉਹ ਫਿਰ ਵੀ ਨਹੀਂ ਉੱਠੀ। ਫਿਰ ਜਦੋਂ ਮੈਂ ਜਾ ਕੇ ਦੇਖਿਆ ਤਾਂ ਉਹ ਬੇਹੋਸ਼ ਪਈ ਸੀ। ਮੈਂ ਉਸ ਨੂੰ ਦੇਖ ਕੇ ਬਹੁਤ ਘਬਰਾ ਗਈ ਕਿ ਇਸ ਨੂੰ ਕੀ ਹੋ ਗਿਆ।
ਮੈਂ ਰਾਹੁਲ ਨੂੰ ਕਿਹਾ ਕਿ ਤੂੰ ਜਾ ਕੇ ਜਲਦੀ ਤੋਂ ਡਾਕਟਰ ਨੂੰ ਬੁਲਾ ਕੇ ਲਿਆ। ਡਾਕਟਰ ਆਇਆ ਤਾਂ ਉਸਨੇ ਚੈੱਕ ਕਰਕੇ ਦੱਸਿਆ ਕਿ ਇਹ ਬੇਹੋਸ਼ ਹੋ ਗਈ ਹੈ। ਲੜਕੀ ਕਾਫੀ ਕਮਜ਼ੋਰ ਹੈ, ਇਸ ਵਿੱਚ ਖੂਨ ਦੀ ਕਮੀ ਹੈ। ਕੋਈ ਭਾਰੀ ਕੰਮ ਇਸ ਤੋਂ ਨਾ ਕਰਵਾਇਓ, ਸਿਰਫ ਆਰਾਮ ਹੀ ਕਰਵਾਇਓ। ਫਲ ਖਾਣਾ ਵਗੈਰਾ ਚੰਗਾ ਖਿਲਾਓ, ਠੀਕ ਹੋ ਜਾਵੇਗੀ। ਫਿਰ ਕੁਝ ਸਮੇਂ ਬਾਅਦ ਅਰਚਨਾ ਨੂੰ ਹੋਸ਼ ਆ ਗਿਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਅਰਚਨਾ, ਤੈਨੂੰ ਕੀ ਹੋ ਗਿਆ ਸੀ? ਉਹ ਕਹਿਣ ਲੱਗੀ ਕਿ ਬਸ ਐਵੇਂ ਹੀ ਬੈਠੇ ਬੈਠੇ ਮੈਨੂੰ ਚੱਕਰ ਆਉਣ ਲੱਗੇ ਤੇ ਫਿਰ ਮੈਂ ਬੇਹੋਸ਼ ਹੋ ਗਈ। ਮੈਂ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਆਰਾਮ ਕਰ, ਮੈਂ ਤੇਰੇ ਲਈ ਨਾਸ਼ਤਾ ਬਣਾ ਕੇ ਲਿਆਉਂਦੀ ਹਾਂ। ਜਦ ਮੈਂ ਨਾਸ਼ਤਾ ਲੈ ਕੇ ਆਈ ਤਾਂ ਦੇਖਿਆ ਕਿ ਮੇਰੀ ਬੇਟੀ ਆਪਣੇ ਕਮਰੇ ਵਿੱਚ ਨਹੀਂ ਸੀ ਤੇ ਨਾ ਹੀ ਬੈੱਡ ਦੀ ਚਾਦਰ ਬੈੱਡ 'ਤੇ ਸੀ। ਮੈਂ ਬਾਹਰ ਜਾ ਕੇ ਜਦ ਦੇਖਿਆ ਤਾਂ ਉਹ ਉਸੀ ਚਾਦਰ ਨੂੰ ਬੈਠੀ ਧੋ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਇਸ ਚਾਦਰ ਨੂੰ ਕਿਉਂ ਧੋ ਰਹੀ ਹੈ? ਤੇਰੀ ਤਬੀਅਤ ਠੀਕ ਨਹੀਂ ਹੈ, ਡਾਕਟਰ ਨੇ ਤੈਨੂੰ ਆਰਾਮ ਕਰਨ ਲਈ ਕਿਹਾ ਹੈ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਚੱਲ ਉੱਠ, ਆਪਣੇ ਕਮਰੇ ਵਿੱਚ ਜਾ ਤੇ ਜਾ ਕੇ ਨਾਸ਼ਤਾ ਕਰ ਲੈ, ਕੁਝ ਖਾਵੇਂਗੀ ਪੀਵੇਂਗੀ ਤਾਂ ਹੀ ਠੀਕ ਹੋਵੇਂਗੀ। ਉਸ ਨੇ ਕਿਹਾ ਨਹੀਂ, ਮੈਂ ਇਹ ਚਾਦਰ ਜ਼ਰੂਰ ਧੋਣੀ ਹੈ, ਬਿਸਤਰ 'ਤੇ ਵਿਛਾਉਣ ਦੇ ਲਈ। ਆਪਣੇ ਘਰ ਵਿੱਚ ਇੱਕ ਹੀ ਤਾਂ ਚਾਦਰ ਹੈ। ਮੈਂ ਕਿਹਾ ਅਚਾਨਕ ਇਹ ਚਾਦਰ ਧੋਣ ਦਾ ਭੂਤ ਤੇਰੇ ਸਿਰ 'ਤੇ ਕਿਉਂ ਸਵਾਰ ਹੋ ਗਿਆ ਹੈ? ਚਾਦਰ ਇੰਨੀ ਗੰਦੀ ਤਾਂ ਨਹੀਂ ਸੀ, ਤੂੰ ਛੱਡ ਦੇ ਇਸ ਚਾਦਰ ਨੂੰ, ਮੈਂ ਧੋ ਦੇਵਾਂਗੀ। ਪਰ ਉਸਨੇ ਮੇਰੀ ਇੱਕ ਨਾ ਸੁਣੀ ਤੇ ਚਾਦਰ ਨੂੰ ਸੁਕਾਉਣ ਦੇ ਲਈ ਛੱਤ 'ਤੇ ਚਲੇ ਗਈ। ਉਸ ਤੋਂ ਬਾਅਦ ਹੀ ਉਸਨੇ ਨਾਸ਼ਤਾ ਕੀਤਾ ਸੀ। ਨਾਸ਼ਤਾ ਕਰਕੇ ਉਹ ਥੋੜ੍ਹੀ ਦੇਰ ਆਰਾਮ ਕਰਨ ਲਈ ਸੌਂ ਗਈ। ਰਾਹੁਲ ਵੀ ਕੰਮ 'ਤੇ ਚਲਾ ਗਿਆ ਸੀ। ਰਾਹੁਲ ਨੂੰ ਮੈਂ 10ਵੀਂ ਤੱਕ ਹੀ ਪੜ੍ਹਾਇਆ ਸੀ। ਉਸ ਤੋਂ ਬਾਅਦ ਉਹ ਇੱਕ ਦੁਕਾਨ 'ਤੇ ਕੰਮ ਕਰਨ ਲਈ ਲੱਗ ਗਿਆ ਸੀ। ਉਹ ਬਹੁਤ ਜ਼ਿਆਦਾ ਮਿਹਨਤੀ ਸੀ। ਘਰ ਦੀ ਦੁਕਾਨ ਤਾਂ ਮੈਂ ਹੀ ਚਲਾ ਲਿਆ ਕਰਦੀ ਸੀ ਕਿਉਂਕਿ ਉਸ ਵਿੱਚ ਜ਼ਿਆਦਾਤਰ ਬੱਚੇ ਹੀ ਆਉਂਦੇ ਸਨ। ਸ਼ਾਮ ਨੂੰ ਰਾਹੁਲ ਦੇਰ ਨਾਲ ਘਰ ਆਇਆ ਸੀ ਤੇ ਕਹਿਣ ਲੱਗਿਆ ਕਿ ਮੈਂ ਖਾਣਾ ਖਾ ਕੇ ਆਇਆ ਹਾਂ। ਅਰਚਨਾ ਤਾਂ ਪਹਿਲਾਂ ਹੀ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਸੌਂ ਗਈ ਸੀ। ਰਾਹੁਲ ਵੀ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਮੈਂ ਵੀ ਰਸੋਈ ਵਿੱਚ ਆਪਣਾ ਬਿਸਤਰ ਲਗਾਇਆ ਹੋਇਆ ਸੀ। ਜਗ੍ਹਾ ਬਦਲਣ ਦੇ ਕਾਰਨ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਆਪਣੇ ਪਤੀ ਨੂੰ ਯਾਦ ਕਰਨ ਲੱਗੀ। ਦੂਸਰਾ ਪਤੀ ਮੇਰਾ ਬਹੁਤ ਚੰਗਾ ਸੀ, ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਮੇਰੀ ਬੇਟੀ ਨੂੰ ਵੀ ਉਹ ਆਪਣੀ ਬੇਟੀ ਹੀ ਸਮਝਦਾ ਸੀ ਤੇ ਮੈਂ ਵੀ ਕਦੇ ਰਾਹੁਲ ਨੂੰ ਪਰਾਇਆ ਨਹੀਂ ਸਮਝਿਆ ਸੀ। ਉਸ ਨੂੰ ਮਾਂ ਦਾ ਪਿਆਰ ਦਿੱਤਾ ਸੀ ਤੇ ਅੱਜ ਤੱਕ ਉਸ ਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਮੈਂ ਉਸ ਦੀ ਸੌਤੇਲੀ ਮਾਂ ਹਾਂ। ਉਹ ਵੀ ਮੈਨੂੰ ਸਗੀ ਮਾਂ ਤੋਂ ਜ਼ਿਆਦਾ ਪਿਆਰ ਕਰਦਾ ਸੀ, ਮੇਰਾ ਕਹਿਣਾ ਵੀ ਮੰਨਦਾ ਸੀ। ਉਹ ਸਾਡੇ ਘਰ ਵਿੱਚ ਇਕੱਲਾ ਮਰਦ ਸੀ ਤੇ ਉਹੀ ਸਾਡਾ ਸਹਾਰਾ ਸੀ। ਨਹੀਂ ਅਸੀਂ ਦੋ ਔਰਤਾਂ ਕਿੱਥੇ ਜਾਂਦੀਆਂ। ਉਹ ਕੰਮ ਵੀ ਵਧੀਆ ਤਰੀਕੇ ਨਾਲ ਕਰਦਾ ਸੀ। ਮੈਂ ਉਸ ਨੂੰ ਕਿਹਾ ਸੀ ਕਿ ਉਹ ਅੱਗੇ ਦੀ ਪੜ੍ਹਾਈ ਆਪਣੀ ਪ੍ਰਾਈਵੇਟ ਕਰ ਲਵੇ। ਜੇ ਉਸ ਕੋਲ ਕੋਈ ਚੰਗੀ ਡਿਗਰੀ ਹੋਵੇਗੀ ਤਾਂ ਉਸ ਨੂੰ ਕੋਈ ਚੰਗੀ ਨੌਕਰੀ ਵੀ ਮਿਲ ਜਾਵੇਗੀ। ਉਹ ਮੇਰੀ ਗੱਲ ਮੰਨ ਗਿਆ ਸੀ। ਸਵੇਰੇ ਸਵੇਰੇ ਅੱਜ ਫਿਰ ਤੋਂ ਕੁਝ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਅੱਜ ਅਰਚਨਾ ਫਿਰ ਤੋਂ ਬੇਹੋਸ਼ ਸੀ ਤੇ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਸ ਦਾ ਸਾਰਾ ਖੂਨ ਹੀ ਕਿਸੇ ਨੇ ਖਿੱਚ ਲਿਆ ਹੋਵੇ। ਉਸ ਦਾ ਰੰਗ ਪੀਲਾ ਪੈ ਚੁੱਕਿਆ ਸੀ। ਮੈਂ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨੇ ਫਿਰ ਤੋਂ ਉਹੀ ਗੱਲ ਕਹੀ ਕਿ ਮੈਂ ਇਸ ਨੂੰ ਆਰਾਮ ਕਰਨ ਲਈ ਕਿਹਾ ਸੀ। ਇਸ ਨੂੰ ਖਾਣੇ ਵਿੱਚ ਤੁਸੀਂ ਕੀ ਖਿਲਾਇਆ ਸੀ? ਮੈਂ ਡਾਕਟਰ ਨੂੰ ਕਿਹਾ ਕਿ ਉਹੀ ਦਾਲ ਰੋਟੀ ਖਿਲਾਈ ਸੀ ਤੇ ਫਲ ਵੀ ਖਿਲਾਏ ਸਨ ਤੇ ਇਸ ਨੂੰ ਆਰਾਮ ਕਰਨ ਲਈ ਵੀ ਕਿਹਾ ਸੀ ਤੇ ਇਸ ਤੋਂ ਤਾਂ ਕੋਈ ਕੰਮ ਵੀ ਨਹੀਂ ਕਰਵਾਇਆ। ਡਾਕਟਰ ਨੇ ਕਿਹਾ ਕਿ ਇਸ ਨੂੰ ਫਿਰ ਤੋਂ ਇੰਨੀ ਕਮਜ਼ੋਰੀ ਕਿਵੇਂ ਹੋ ਗਈ? ਤੁਸੀਂ ਇਸ ਗੱਲ ਨੂੰ ਸੀਰੀਅਸ ਲਓ, ਨਹੀਂ ਤਾਂ ਤੁਹਾਡੀ ਬੇਟੀ ਦੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਅਚਾਨਕ ਬੇਹੋਸ਼ ਹੋ ਜਾਣਾ ਤੇ ਕਈ ਘੰਟੇ ਤੱਕ ਬੇਹੋਸ਼ ਰਹਿਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਡਾਕਟਰ ਨੇ ਮੈਨੂੰ ਸਾਰਾ ਸਮਝਾਇਆ ਤੇ ਫਿਰ ਉਹ ਚਲੇ ਗਏ। ਅਰਚਨਾ ਨੂੰ ਜਦੋਂ ਹੋਸ਼ ਆਇਆ ਤਾਂ ਮੈਂ ਉਸ ਨੂੰ ਸਖਤੀ ਨਾਲ ਕਿਹਾ ਕਿ ਹੁਣ ਤੂੰ ਕੋਈ ਕੰਮ ਨਹੀਂ ਕਰੇਂਗੀ, ਸਿਰਫ ਆਰਾਮ ਕਰੇਂਗੀ। ਪਰ ਜਦ ਮੈਂ ਥੋੜ੍ਹੀ ਦੇਰ ਬਾਅਦ ਉਸਦੇ ਕਮਰੇ ਵਿੱਚ ਦੁਬਾਰਾ ਗਈ ਤਾਂ ਮੈਂ ਦੇਖ ਕੇ ਹੈਰਾਨ ਹੋ ਗਈ ਕਿ ਉਹ ਕੀ ਕਰ ਰਹੀ ਹੈ। ਉਹ ਫਿਰ ਤੋਂ ਬੈੱਡ ਦੀ ਚਾਦਰ ਧੋ ਰਹੀ ਸੀ। ਇਸ ਵਾਰ ਮੈਂ ਉਸ ਨੂੰ ਦੂਰ ਤੋਂ ਹੀ ਦੇਖ ਰਹੀ ਸੀ ਕਿਉਂਕਿ ਉਹ ਜੋ ਵੀ ਕਰ ਰਹੀ ਸੀ ਮਾਮੂਲੀ ਨਹੀਂ ਸੀ। ਉਹ ਬੇਹੋਸ਼ੀ ਤੋਂ ਉੱਠ ਕੇ ਚਾਦਰ ਨੂੰ ਧੋਣਾ ਸ਼ੁਰੂ ਕਰ ਦਿੰਦੀ ਸੀ। ਇਹ ਸਭ ਕੀ ਹੋ ਰਿਹਾ ਹੈ? ਜਦ ਤੋਂ ਮੇਰੇ ਬੇਟੇ ਨੇ ਉਸਦੇ ਕਮਰੇ ਵਿੱਚ ਸੌਣਾ ਸ਼ੁਰੂ ਕੀਤਾ ਸੀ ਉਹ ਉਦੋਂ ਤੋਂ ਹੀ ਇਹ ਸਭ ਕਰ ਰਹੀ ਸੀ। ਬੇਹੋਸ਼ ਵੀ ਉਹ ਉਦੋਂ ਤੋਂ ਹੀ ਹੋ ਰਹੀ ਸੀ। ਰਾਹੁਲ ਉਸ ਲਈ ਹੈ ਤਾਂ ਸੌਤੇਲਾ ਹੀ ਭਾਈ ਸੀ, ਪਰ ਉਹ ਬਚਪਨ ਤੋਂ ਦੋਨੋਂ ਇਕੱਠੇ ਹੀ ਪਲੇ ਸਨ, ਇਸ ਲਈ ਉਹਨਾਂ ਵਿੱਚ ਸਗੇ ਭੈਣ ਭਾਈਆਂ ਵਰਗਾ ਹੀ ਪਿਆਰ ਸੀ। ਫਿਰ ਇਹ ਸਭ ਕੀ ਹੋ ਰਿਹਾ ਸੀ? ਮੇਰੀ ਬੇਟੀ ਦਿਨ ਪਰ ਦਿਨ ਕਮਜ਼ੋਰ ਕਿਉਂ ਹੁੰਦੀ ਜਾ ਰਹੀ ਸੀ? ਇਹ ਸਭ ਸੋਚ-ਸੋਚ ਕੇ ਮੈਂ ਪਰੇਸ਼ਾਨ ਹੋ ਰਹੀ ਸੀ
ਕਿ ਜੇ ਇਸ ਤਰ੍ਹਾਂ ਜਵਾਨ ਬੇਟੀ ਬੇਹੋਸ਼ ਹੋਣ ਲੱਗੇ ਤਾਂ ਇਹ ਕੋਈ ਨਾਰਮਲ ਗੱਲ ਨਹੀਂ। ਦੂਜੇ ਦਿਨ ਫਿਰ ਉਹ ਚਾਦਰ ਧੋ ਕੇ ਛੱਤ 'ਤੇ ਸੁਕਾਉਣ ਲਈ ਲੈ ਗਈ। ਉਹ ਆਸ-ਪਾਸ ਵੀ ਦੇਖ ਰਹੀ ਸੀ ਕਿ ਕਿਤੇ ਮੈਂ ਉਸ ਨੂੰ ਦੇਖ ਤਾਂ ਨਹੀਂ ਰਹੀ। ਮੈਂ ਰਸੋਈ ਵਿੱਚੋਂ ਉਸ ਨੂੰ ਦੇਖ ਰਹੀ ਸੀ, ਪਰ ਉਸ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਉਸ ਨੂੰ ਦੇਖ ਰਹੀ ਹਾਂ। ਫਿਰ ਉਹ ਆਪਣੇ ਬਿਸਤਰ 'ਤੇ ਜਾ ਕੇ ਪੈ ਗਈ ਤੇ ਉਸ ਨੇ ਆਪਣੀ ਉੱਪਰ ਵਾਲੀ ਚਾਦਰ ਨੂੰ ਆਪਣੇ ਦਾਲੇ ਲੈ ਲਿਆ ਤਾਂ ਕਿ ਮੈਨੂੰ ਕੁਝ ਪਤਾ ਨਾ ਚੱਲੇ ਕਿ ਨੀਚੇ ਬਿਸਤਰ 'ਤੇ ਚਾਦਰ ਹੈ ਜਾਂ ਨਹੀਂ। ਫਿਰ ਮੈਂ ਉਸ ਨੂੰ ਖਾਣਾ ਦਿੱਤਾ ਤੇ ਦਵਾਈ ਦਿੱਤੀ। ਮੇਰੀ ਦੁਕਾਨ ਵੀ ਠੀਕ ਨਹੀਂ ਚੱਲ ਰਹੀ ਸੀ। ਕੋਈ ਵੱਡਾ ਗਾਹਕ ਨਹੀਂ ਆਉਂਦਾ ਸੀ। ਸਿਰਫ ਬੱਚੇ ਟੌਫੀਆਂ ਚਾਕਲੇਟ ਲੈਣ ਹੀ ਆਉਂਦੇ ਸਨ ਤੇ 5-10 ਰੁਪਏ ਦੇ ਕੇ ਚਲੇ ਜਾਂਦੇ। ਇਸ ਤਰ੍ਹਾਂ ਦਾ ਕੰਮ ਨਹੀਂ ਚੱਲਣ ਵਾਲਾ ਸੀ। ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ, ਪਰ ਇਹ ਗੱਲ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੱਸੀ ਸੀ। ਮੈਂ ਇਹ ਰਾਹੁਲ ਨੂੰ ਵੀ ਨਹੀਂ ਦੱਸਿਆ ਸੀ, ਕਿਉਂਕਿ ਜੇ ਮੈਂ ਉਸ ਨੂੰ ਦੱਸ ਦਿੰਦੀ ਤਾਂ ਉਹ ਵੀ ਪਰੇਸ਼ਾਨ ਹੋ ਜਾਂਦਾ। ਉਹ ਤਾਂ ਵਿਚਾਰਾ ਪਹਿਲਾਂ ਹੀ ਬਹੁਤ ਮਿਹਨਤ ਕਰ ਰਿਹਾ ਸੀ। ਉੱਪਰ ਤੋਂ ਡਾਕਟਰ ਨੇ ਵੀ ਅਰਚਨਾ ਨੂੰ ਵਧੀਆ ਖਾਣਾ ਖਿਲਾਉਣ ਦੇ ਲਈ ਕਿਹਾ ਸੀ, ਪਰ ਸਾਡੇ ਘਰ ਵਿੱਚ ਤਾਂ ਦਾਲ ਰੋਟੀ ਦਾ ਵੀ ਖਰਚਾ ਪੂਰਾ ਨਹੀਂ ਹੋ ਰਿਹਾ ਸੀ। ਘਰ ਦਾ ਖਰਚਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਪਰ ਇੱਕ ਦਿਨ ਇੱਕ ਅਜੀਬ ਜਿਹੀ ਗੱਲ ਹੋਈ। ਮੈਂ ਰਾਹੁਲ ਤੇ ਅਰਚਨਾ ਨੂੰ ਗੱਲ ਕਰਦੇ ਹੋਏ ਸੁਣਿਆ, ਜਿਸ ਦੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਈ। ਰਾਹੁਲ ਨੇ ਕਿਹਾ ਕਿ ਤੂੰ ਤਾਂ ਹੁਣੇ ਤੋਂ ਆਪਣੀ ਤਬੀਅਤ ਖਰਾਬ ਕਰ ਲਈ ਹੈ। ਇਸ ਤਰ੍ਹਾਂ ਤਾਂ ਨਹੀਂ ਚੱਲੇਗਾ। ਜੇ ਤੈਨੂੰ ਇੰਨੀ ਪਰੇਸ਼ਾਨੀ ਹੋ ਰਹੀ ਹੈ ਤਾਂ ਫਿਰ ਆਪਾਂ ਇਹ ਸਭ ਨਹੀਂ ਕਰ ਸਕਦੇ। ਤਾਂ ਮੇਰੀ ਬੇਟੀ ਨੇ ਕਿਹਾ ਕਿ ਨਹੀਂ, ਮੈਂ ਇਹ ਕੰਮ ਕਰਨਾ ਹੈ। ਇਸ ਤਰ੍ਹਾਂ ਦੇ ਮੌਕੇ ਬਾਰ-ਬਾਰ ਨਹੀਂ ਮਿਲਦੇ। ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਜਾਵੇਗਾ। ਮੈਨੂੰ ਕੀ ਪਤਾ ਸੀ ਕਿ ਮੇਰੇ ਅੰਦਰ ਇੰਨੀ ਵੀ ਤਾਕਤ ਨਹੀਂ ਹੈ। ਰਾਹੁਲ ਕਹਿਣ ਲੱਗਿਆ ਕਿ ਹੁਣ ਤਾਂ ਪਤਾ ਲੱਗ ਗਿਆ ਹੈ ਨਾ, ਮੈਂ ਤੇਰੀ ਜ਼ਿੰਦਗੀ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ। ਅਰਚਨਾ ਕਹਿਣ ਲੱਗੀ ਕਿ ਸਿਰਫ 2-4 ਹਫ਼ਤੇ ਦੀ ਗੱਲ ਹੈ। ਉਸ ਤੋਂ ਬਾਅਦ ਆਪਾਂ ਨੂੰ ਇਹ ਮੌਕਾ ਨਹੀਂ ਮਿਲੇਗਾ। ਇਹ ਸਭ ਕੀ ਹੋ ਰਿਹਾ ਸੀ? ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਦੋਨੋਂ ਕਿਸ ਬਾਰੇ ਗੱਲ ਕਰ ਰਹੇ ਹਨ। ਇੱਕ ਦਿਨ ਤਾਂ ਮੈਂ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਮੈਂ ਦੰਗ ਰਹਿ ਗਈ। ਅੱਜ ਫਿਰ ਸਵੇਰੇ-ਸਵੇਰੇ ਮੇਰੀ ਬੇਟੀ ਨੇ ਬੈੱਡ ਦੀ ਚਾਦਰ ਧੋ ਕੇ ਛੱਤ 'ਤੇ ਸੁਕਾ ਦਿੱਤੀ। ਫਿਰ ਇੱਕ ਪਾਸੇ ਹੋ ਕੇ ਉਹ ਉਲਟੀ ਕਰਨ ਲੱਗੀ। ਮੈਂ ਉਸ ਨੂੰ ਪੁੱਛਿਆ ਕਿ ਇਹ ਕੀ ਹੋ ਗਿਆ ਹੈ ਤੈਨੂੰ? ਮੈਨੂੰ ਦੇਖ ਕੇ ਘਬਰਾ ਗਈ ਤੇ ਕਹਿਣ ਲੱਗੀ ਕਿ ਪਤਾ ਨਹੀਂ, ਮੇਰਾ ਦਿਲ ਖਰਾਬ ਹੋ ਰਿਹਾ ਹੈ। ਮੈਂ ਕਿਹਾ ਕਿ ਕੀ ਮਤਲਬ ਹੈ ਇਸ ਗੱਲ ਦਾ ਕਿ ਦਿਲ ਖਰਾਬ ਹੋ ਗਿਆ ਹੈ ਤੇਰਾ? ਕੀ ਖਾ ਰਹੀ ਹੈ ਤੂੰ ਅਜਿਹਾ ਤੇ ਚਾਦਰ ਕਿਉਂ ਬਾਰ-ਬਾਰ ਧੋ ਰਹੀ ਹੈ? ਤੂੰ ਮੇਰੇ ਤੋਂ ਕੀ ਲੁਕੋ ਰਹੀ ਹੈ? ਜੇ ਮੈਨੂੰ ਪਤਾ ਚੱਲਿਆ ਕਿ ਤੂੰ ਕੋਈ ਅਜਿਹੀ ਹਰਕਤ ਕੀਤੀ ਹੈ ਜਿਸ ਨਾਲ ਮੇਰੀ ਤੇ ਤੇਰੇ ਬਾਪ ਦੀ ਇੱਜ਼ਤ ਨੂੰ ਦਾਗ ਲੱਗੇ, ਤਾਂ ਮੈਂ ਤੈਨੂੰ ਕਦੇ ਮਾफ़ ਨਹੀਂ ਕਰਾਂਗੀ। ਮੇਰੀ ਬੇਟੀ ਹੈਰਾਨ ਹੋ ਗਈ। ਉਹ ਕਹਿਣ ਲੱਗੀ ਕਿ ਮਾਂ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਤੁਹਾਨੂੰ ਕੀ ਹੋ ਗਿਆ ਹੈ? ਤੁਸੀਂ ਜੋ ਸੋਚ ਰਹੇ ਹੋ ਅਜਿਹਾ ਕੁਝ ਨਹੀਂ ਹੈ। ਮੈਂ ਅਜਿਹਾ ਕਿਉਂ ਕਰਾਂਗੀ? ਜੇ ਮੈਂ ਚਾਦਰ ਧੋ ਦਿੱਤੀ ਤਾਂ ਇਸ ਵਿੱਚ ਕੀ ਹੋ ਗਿਆ? ਚਾਦਰ ਗੰਦੀ ਹੋ ਗਈ ਸੀ ਤਾਂ ਮੈਂ ਧੋ ਦਿੱਤੀ। ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਕਈ ਦਿਨਾਂ ਤੋਂ ਮੇਰੀ ਤਬੀਅਤ ਖਰਾਬ ਹੋ ਰਹੀ ਹੈ, ਤਾਂ ਦਵਾਈ ਖਾਣ ਦੀ ਵਜ੍ਹਾ ਨਾਲ ਮੇਰੇ ਪੇਟ ਵਿੱਚ ਵੀ ਖਰਾਬੀ ਹੋ ਰਹੀ ਹੈ। ਜੇ ਮੈਨੂੰ ਉਲਟੀ ਆ ਰਹੀ ਹੈ ਤਾਂ ਇਸ ਦਾ ਕੋਈ ਹੋਰ ਮਤਲਬ ਨਹੀਂ ਹੈ। ਮੇਰੀ ਬੇਟੀ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰ ਰਹੀ ਸੀ। ਮੈਂ ਗੁੱਸੇ ਵਿੱਚ ਆ ਕੇ ਉਸ ਦੇ ਇੱਕ ਥੱਪੜ ਲਗਾ ਦਿੱਤਾ। ਐਨੇ ਨੂੰ ਰਾਹੁਲ ਆ ਗਿਆ। ਉਹ ਕਹਿਣ ਲੱਗਿਆ ਕਿ ਮਾਂ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਸ 'ਤੇ ਹੱਥ ਕਿਉਂ ਚੁੱਕਿਆ? ਮੈਂ ਕਿਹਾ ਕਿ ਹਾਂ, ਮੈਂ ਇਸ 'ਤੇ ਹੱਥ ਚੁੱਕਿਆ ਹੈ। ਇਹ ਤਾਂ ਮੈਨੂੰ ਬਹੁਤ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਅਜੇ ਮੈਂ ਪੂਰੀ ਤਰ੍ਹਾਂ ਗੱਲ ਦੀ ਤਹਿ ਤੱਕ ਨਹੀਂ ਪਹੁੰਚੀ। ਜਿਸ ਦਿਨ ਮੈਨੂੰ ਗੱਲ ਦਾ ਪਤਾ ਚੱਲ ਗਿਆ, ਉਸ ਦਿਨ ਦੇਖਿਓ। ਮੈਨੂੰ ਖੁਦ ਪਤਾ ਨਹੀਂ ਸੀ ਮੈਂ ਕੀ ਕਹਿ ਰਹੀ ਸੀ। ਜੋ ਮੇਰੇ ਮਨ ਵਿੱਚ ਸੀ ਉਹ ਮੈਂ ਸਭ ਕੁਝ ਕਹਿ ਦਿੱਤਾ। ਮੈਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਰਾਤ ਨੂੰ ਜਦੋਂ ਮੇਰੀ ਅਚਾਨਕ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਮੇਰੇ ਬੱਚਿਆਂ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਇਸ ਵਕਤ ਉਹਨਾਂ ਦੀ ਲਾਈਟ ਕਿਉਂ ਜਗ ਰਹੀ ਹੈ? ਇਸ ਵਕਤ ਉਹਨਾਂ ਨੂੰ ਸੌਂ ਜਾਣਾ ਚਾਹੀਦਾ ਹੈ। ਮੈਂ ਜਦ ਕਮਰੇ ਦੇ ਕੋਲ ਗਈ ਤਾਂ ਉਹ ਸਿਰਫ ਜਾਗ ਹੀ ਨਹੀਂ ਰਹੇ ਸਨ, ਸਗੋਂ ਗੱਲਾਂ ਵੀ ਕਰ ਰਹੇ ਸਨ ਤੇ ਕਿਸੇ ਗੱਲ 'ਤੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀ। ਮੇਰਾ ਬੇਟਾ ਕਹਿ ਰਿਹਾ ਸੀ ਕਿ ਤੂੰ ਬਹੁਤ ਖੁਸ਼ਕਿਸਮਤ ਆਂ। ਫਿਰ ਬੇਟੀ ਕਹਿਣ ਲੱਗੀ, ਹਾਂ, ਖੁਸ਼ਕਿਸਮਤ ਤਾਂ ਹਾਂ, ਪਰ ਜਦ ਸਵੇਰੇ ਮੇਰੀ ਤਬੀਅਤ ਫਿਰ ਤੋਂ ਖਰਾਬ ਹੋਵੇਗੀ ਤਾਂ ਮਾਂ ਬਹੁਤ ਪਰੇਸ਼ਾਨ ਹੋ ਜਾਵੇਗੀ। ਕਦ ਤੱਕ ਝੂਠ ਬੋਲਾਂਗੇ? ਬੇਟਾ ਕਹਿਣ ਲੱਗਿਆ, ਬਸ ਕੁਝ ਦਿਨਾਂ ਦੀ ਹੀ ਗੱਲ ਹੈ। ਕੁਝ ਦਿਨ ਹੋਰ ਕਰ ਲਵਾਂਗੇ, ਫਿਰ ਸਭ ਕੁਝ ਠੀਕ ਹੋ ਜਾਵੇਗਾ। ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਅੱਜ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਮੈਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ,
ਪਰ ਮੈਂ ਹੈਰਾਨ ਰਹਿ ਗਈ। ਉਹਨਾਂ ਨੇ ਦਰਵਾਜ਼ਾ ਅੰਦਰ ਤੋਂ ਬੰਦ ਕੀਤਾ ਸੀ। ਉਹਨਾਂ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਿਉਂ ਕੀਤਾ ਸੀ? ਵੈਸੇ ਵੀ ਹੁਣ ਮੌਸਮ ਬਦਲ ਰਿਹਾ ਸੀ, ਉਹਨਾਂ ਨੂੰ ਦਰਵਾਜ਼ਾ ਖੋਲ੍ਹ ਕੇ ਸੌਣਾ ਚਾਹੀਦਾ ਸੀ। ਮੈਂ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਉਣਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਨੇ ਦਰਵਾਜ਼ਾ ਕਾਫੀ ਦੇਰ ਨਾਲ ਖੋਲ੍ਹਿਆ। ਉਹਨਾਂ ਦੋਨਾਂ ਤੋਂ ਇਲਾਵਾ ਕਮਰੇ ਵਿੱਚ ਹੋਰ ਕੋਈ ਨਹੀਂ ਸੀ ਤੇ ਉਹ ਦੋਨੋਂ ਅਜਿਹੀ ਸ਼ਕਲ ਬਣਾ ਕੇ ਬੈਠੇ ਸੀ ਜਿਵੇਂ ਉਹ ਨੀਂਦ ਤੋਂ ਉੱਠੇ ਹੋਣ। ਮੈਂ ਕਿਹਾ ਕਿ ਤੁਸੀਂ ਦਰਵਾਜ਼ਾ ਇੰਨੀ ਦੇਰ ਨਾਲ ਕਿਉਂ ਖੋਲ੍ਹਿਆ? ਉਹ ਕਹਿਣ ਲੱਗੇ ਕਿ ਅਸੀਂ ਸੋ ਰਹੇ ਸੀ। ਮੈਂ ਕਿਹਾ ਝੂਠ ਨਾ ਬੋਲੋ, ਤੁਸੀਂ ਜਾਗ ਰਹੇ ਸੀ ਤੇ ਗੱਲਾਂ ਕਰ ਰਹੇ ਸੀ। ਉਹ ਕਹਿਣ ਲੱਗੇ ਕਿ ਅਸੀਂ ਕਿਉਂ ਇੰਨੀ ਰਾਤ ਤੱਕ ਜਾਗਾਂਗੇ? ਸਾਡਾ ਕਿਹੜਾ ਕੱਲ੍ਹ ਨੂੰ ਪੇਪਰ ਹੈ ਕਿ ਅਸੀਂ ਜਾਗ ਕੇ ਤਿਆਰੀ ਕਰ ਰਹੇ ਹਾਂ? ਅਸੀਂ ਤਾਂ ਸੋ ਰਹੇ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਕੋਲ ਕਹਿਣ ਲਈ ਕੁਝ ਸ਼ਬਦ ਨਹੀਂ ਸਨ। ਮੈਨੂੰ ਉਹਨਾਂ ਦੀ ਕੁਝ ਸਮਝ ਨਹੀਂ ਆ ਰਹੀ ਸੀ ਕਿਉਂਕਿ ਉਹ ਦੋਨੋਂ ਇਸ ਤਰ੍ਹਾਂ ਬੈਠੇ ਸਨ ਜਿਵੇਂ ਹੁਣੇ-ਹੁਣੇ ਨੀਂਦ ਤੋਂ ਜਾਗੇ ਹੋਣ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਤੇ ਉੱਥੋਂ ਚਲੇ ਗਈ, ਪਰ ਮੈਂ ਸੋਚ ਰਹੀ ਸੀ ਕਿ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈ। ਇੱਕ ਦਿਨ ਮੈਂ ਦੇਖਿਆ ਕਿ ਮੇਰੀ ਬੇਟੀ ਦੀ ਬਾਂਹ 'ਤੇ ਨੀਲ ਦਾ ਨਿਸ਼ਾਨ ਸੀ। ਇਹ ਤਾਂ ਜ਼ਖਮ ਦੇ ਨਿਸ਼ਾਨ ਸਨ। ਮੈਂ ਦੇਖ ਕੇ ਬੜੀ ਹੈਰਾਨ ਹੋਈ। ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰੇ ਚਾਕੂ ਲੱਗਿਆ ਹੈ। ਪਰ ਚਾਕੂ ਤਾਂ ਉਂਗਲ 'ਤੇ ਲੱਗਦਾ ਹੈ, ਬਾਂਹ 'ਤੇ ਨਹੀਂ। ਕੋਈ ਨਾ ਕੋਈ ਗੱਲ ਅਜਿਹੀ ਜ਼ਰੂਰ ਸੀ ਜਿਹੜੀ ਕਿ ਮੇਰੀ ਬੇਟੀ ਮੇਰੇ ਤੋਂ ਲੁਕੋ ਰਹੀ ਸੀ। ਕਦੇ ਉਹ ਬੇਹੋਸ਼ ਹੋ ਜਾਂਦੀ ਸੀ, ਕਦੇ ਉਸਦੇ ਅਜੀਬ-ਅਜੀਬ ਨਿਸ਼ਾਨ ਪਏ ਹੁੰਦੇ, ਕਦੇ ਬੈੱਡ ਦੀ ਚਾਦਰ ਧੋਣ ਲੱਗ ਜਾਂਦੀ। ਮੇਰਾ ਦਿਮਾਗ ਜਿਸ ਤਰਫ ਜਾ ਰਿਹਾ ਸੀ ਮੈਂ ਉਸ ਤਰ੍ਹਾਂ ਸੋਚਣਾ ਨਹੀਂ ਚਾਹੁੰਦੀ ਸੀ। ਇਹ ਮੇਰੀ ਹੀ ਗਲਤੀ ਸੀ ਕਿ ਮੈਂ ਜਵਾਨ ਬੇਟਾ ਤੇ ਬੇਟੀ ਨੂੰ ਇੱਕ ਹੀ ਕਮਰੇ ਵਿੱਚ ਪੈਣ ਲਈ ਕਿਹਾ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ। ਰਾਹੁਲ ਹੈ ਤਾਂ ਅਰਚਨਾ ਦਾ ਸੁਤੇਲਾ ਹੀ ਭਾਈ। ਨੀਅਤ ਬਦਲਦੇ ਦੇਰ ਨਹੀਂ ਲੱਗਦੀ। ਅਕਸਰ ਬੱਚੇ ਜਵਾਨੀ ਦੀ ਇਸ ਉਮਰ ਵਿੱਚ ਵਿਗੜ ਹੀ ਜਾਂਦੇ ਹਨ, ਬੁਰੀ ਸੰਗਤ ਵਿੱਚ ਪੈ ਜਾਂਦੇ ਹਨ। ਫਿਰ ਮੈਂ ਕਿਵੇਂ ਸੁਤੇਲੇ ਭਾਈ ਭੈਣ ਨੂੰ ਇੱਕ ਹੀ ਕਮਰੇ ਵਿੱਚ ਪਾਉਂਦੀ ਸੀ? ਇਹ ਮੇਰੀ ਹੀ ਗਲਤੀ ਸੀ। ਜਦ ਅਸੀਂ ਹੀ ਬੱਚਿਆਂ 'ਤੇ ਧਿਆਨ ਨਹੀਂ ਦੇਵਾਂਗੇ ਤਾਂ ਪਰੇਸ਼ਾਨੀਆਂ ਤਾਂ ਪੈਦਾ ਹੋਣਗੀਆਂ ਹੀ। ਚੰਗੀਆਂ ਬੁਰੀਆਂ ਆਦਤਾਂ ਦਾ ਧਿਆਨ ਸਾਨੂੰ ਹੀ ਰੱਖਣਾ ਪੈਂਦਾ ਹੈ। ਬੱਚੇ ਤਾਂ ਨਾਦਾਨ ਹੁੰਦੇ ਹਨ ਤੇ ਉਹ ਨਾਦਾਨੀ ਵਿੱਚ ਹੀ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਨ। ਅਜਿਹੇ ਵਿਚਾਰ ਮੇਰੇ ਦਿਮਾਗ ਵਿੱਚ ਆ ਰਹੇ ਸਨ। ਜੇ ਇਹ ਸਾਰੇ ਸੱਚ ਹੋ ਗਏ ਤਾਂ ਇਸ ਵਿੱਚ ਕਸੂਰ ਮੇਰਾ ਹੀ ਹੋਵੇਗਾ। ਫਿਰ ਮੈਂ ਆਪਣੇ ਬੇਟੇ ਤੇ ਬੇਟੀ 'ਤੇ ਨਜ਼ਰ ਰੱਖੀ। ਇੱਕ ਦਿਨ ਮੇਰਾ ਬੇਟਾ ਮੇਰੀ ਬੇਟੀ ਨੂੰ ਇੱਕ ਚੀਜ਼ ਲਿਆ ਕੇ ਦੇ ਰਿਹਾ ਸੀ। ਮੈਂ ਲੁਕ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਉਸਨੇ ਕਿਹਾ ਕਿ ਇਹ ਦਵਾਈ ਹੈ ਤੇਰੀ ਇਸ ਪਰੇਸ਼ਾਨੀ ਦੇ ਲਈ। ਤੂੰ ਇਸ ਦਵਾਈ ਨੂੰ ਲੈ ਲਾ ਤਾਂ ਸਭ ਕੁਝ ਠੀਕ ਹੋ ਜਾਵੇਗਾ। ਉਸਨੇ ਉਹ ਗੋਲੀਆਂ ਲੁਕੋ ਕੇ ਮੇਰੀ ਬੇਟੀ ਨੂੰ ਦਿੱਤੀਆਂ। ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਕਿ ਇਹ ਕਿਸ ਚੀਜ਼ ਦੀਆਂ ਗੋਲੀਆਂ ਉਸ ਨੂੰ ਦੇ ਰਿਹਾ ਹੈ। ਆਖਿਰ ਅਜਿਹੀ ਕਿਹੜੀ ਗੱਲ ਸੀ, ਕਿਹੜੀ ਪਰੇਸ਼ਾਨੀ ਸੀ ਜਿਸ ਨੂੰ ਇਹ ਦੋਨੋਂ ਹੀ ਹੱਲ ਕਰਨਾ ਚਾਹੁੰਦੇ ਸੀ ਤੇ ਮੈਨੂੰ ਇਸ ਬਾਰੇ ਨਹੀਂ ਦੱਸਣਾ ਚਾਹੁੰਦੇ ਸੀ। ਤੇ ਇਹ ਦਵਾਈਆਂ ਕੁਝ ਅਜੀਬ ਜਿਹੀਆਂ ਕਿਉਂ ਲੱਗ ਰਹੀਆਂ ਸਨ? ਮੇਰੀ ਬੇਟੀ ਨੇ ਵੀ ਉਹ ਦਵਾਈਆਂ ਫੜ ਲਈਆਂ ਤੇ ਆਪਣੀ ਚੁੰਨੀ ਦੇ ਵਿੱਚ ਲਪੇਟ ਲਈਆਂ। ਮੇਰੇ ਬੇਟੇ ਨੇ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦਵਾਈਆਂ ਲੈ ਲਈ, ਇਸ ਨਾਲ ਤੂੰ ਸਵੇਰੇ ਬੇਹੋਸ਼ ਨਹੀਂ ਹੋਵੇਂਗੀ। ਤੇ ਫਿਰ ਸੱਚਮੁੱਚ ਹੀ 2-3 ਦਿਨ ਮੇਰੀ ਬੇਟੀ ਬੇਹੋਸ਼ ਨਹੀਂ ਹੋਈ ਸੀ, ਪਰ ਉਸ ਤੋਂ ਬਾਅਦ ਉਸ ਦੀਆਂ ਗੋਲੀਆਂ ਸ਼ਾਇਦ ਖਤਮ ਹੋ ਗਈਆਂ ਸਨ ਤੇ ਅਗਲੇ ਦਿਨ ਉਹ ਫਿਰ ਤੋਂ ਬੇਹੋਸ਼ ਹੋ ਗਈ। ਮੇਰਾ ਬੇਟਾ ਵੀ ਅੱਜ ਘਰ ਨਹੀਂ ਸੀ, ਇਸ ਲਈ ਮੈਂ ਅੱਜ ਫਾਇਦਾ ਉਠਾਉਣ ਦੇ ਬਾਰੇ ਸੋਚਿਆ। ਮੈਂ ਬੈੱਡ ਦੀ ਚਾਦਰ ਬਹੁਤ ਹੀ ਹੁਸ਼ਿਆਰੀ ਨਾਲ ਬੇਟੀ ਦੇ ਨੀਚੇ ਤੋਂ ਖਿੱਚ ਲਈ ਤੇ ਉਸ ਨੂੰ ਤਹਿ ਲਗਾ ਕੇ ਆਪਣੇ ਕਮਰੇ ਵਿੱਚ ਲੈ ਆਈ। ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਉਸ 'ਤੇ ਕੀ ਲੱਗਿਆ ਹੁੰਦਾ ਸੀ ਜਿਸ ਦੀ ਵਜ੍ਹਾ ਨਾਲ ਮੇਰੀ ਬੇਟੀ ਸਵੇਰੇ ਹੀ ਚਾਦਰ ਨੂੰ ਧੋਣ ਲੱਗ ਜਾਂਦੀ ਸੀ, ਇੱਥੇ ਤੱਕ ਕਿ ਆਪਣੀ ਬਿਮਾਰੀ ਦਾ ਵੀ ਖਿਆਲ ਨਹੀਂ ਰੱਖਦੀ ਸੀ। ਜਦ ਮੈਂ ਚਾਦਰ ਨੂੰ ਖੋਲ੍ਹ ਕੇ ਦੇਖਿਆ ਤਾਂ ਪਹਿਲਾਂ ਤਾਂ ਮੈਨੂੰ ਚਾਦਰ 'ਤੇ ਕੁਝ ਵੀ ਨਜ਼ਰ ਨਹੀਂ ਆਇਆ, ਪਰ ਜਦ ਮੈਂ ਧਿਆਨ ਨਾਲ ਦੇਖਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਚਾਦਰ 'ਤੇ ਛੋਟੇ-ਛੋਟੇ ਸਫੇਦ-ਸਫੇਦ ਵਾਲ ਸਨ ਤੇ ਪੂਰੀ ਚਾਦਰ ਵਾਲਾਂ ਨਾਲ ਭਰੀ ਹੋਈ ਸੀ। ਮੈਨੂੰ ਸਮਝ ਨਹੀਂ ਆਈ ਕਿ ਇਹ ਕਿਸ ਚੀਜ਼ ਦੇ ਵਾਲ ਹਨ, ਕਿਉਂਕਿ ਵਾਲ ਬਿਲਕੁਲ ਛੋਟੇ-ਛੋਟੇ ਤੇ ਸਫੇਦ-ਸਫੇਦ ਸਨ। ਮੈਂ ਸੋਚ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਐਨੇ ਨੂੰ ਮੇਰੀ ਬੇਟੀ ਨੂੰ ਹੋਸ਼ ਆ ਗਿਆ ਤੇ ਉਸ ਨੂੰ ਪਤਾ ਚੱਲ ਗਿਆ ਕਿ ਮੈਂ ਚਾਦਰ ਨੂੰ ਦੇਖ ਲਿਆ ਹੈ। ਉਹ ਮੇਰੇ ਕੋਲ ਆ ਕੇ ਬੈਠ ਗਈ। ਉਹ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ, ਤੂੰ ਪਰੇਸ਼ਾਨ ਕਿਉਂ ਲੱਗ ਰਹੀ ਹੈ? ਉਸ ਨੇ ਕਿਹਾ, ਮਾਂ ਉਹ ਚਾਦਰ ਕਿੱਥੇ ਹੈ? ਮੈਂ ਕਿਹਾ, ਉਹ ਤਾਂ ਮੈਂ ਧੋ ਕੇ ਸੁਕਾ ਦਿੱਤੀ। ਫਿਰ ਉਹ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਲਿਆ ਤੇ ਕਿਹਾ, ਉਸ ਚਾਦਰ 'ਤੇ ਜੋ ਵੀ ਲੱਗਿਆ ਹੋਇਆ ਸੀ ਉਹ ਮੈਂ ਦੇਖ ਚੁੱਕੀ ਹਾਂ। ਹੁਣ ਤੂੰ ਮੈਨੂੰ ਦੱਸ, ਇਹ ਸਭ ਕੀ ਹੋ ਰਿਹਾ ਹੈ?
ਤੂੰ ਮੇਰੇ ਕੋਲੋਂ ਕੀ ਲੁਕੋ ਰਹੀ ਆ? ਮੈਂ ਬਹੁਤ ਪਰੇਸ਼ਾਨ ਹੋ ਗਈ ਹਾਂ ਸੋਚ-ਸੋਚ ਕੇ। ਮੇਰੇ ਦਿਮਾਗ ਵਿੱਚ ਬੁਰੇ-ਬੁਰੇ ਵਿਚਾਰ ਆ ਰਹੇ ਹਨ। ਫਿਰ ਉਹ ਮੇਰੇ ਕੋਲ ਬੈਠ ਗਈ ਤੇ ਉਸਨੇ ਮੈਨੂੰ ਜਿਹੜੀ ਗੱਲ ਦੱਸੀ ਉਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਮਾਂ, ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ ਅਜਿਹਾ ਕੁਝ ਨਹੀਂ ਹੈ। ਦਰਅਸਲ ਅਸੀਂ ਦੇਖ ਲਿਆ ਸੀ ਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਚੱਲ ਰਹੇ ਹਨ। ਤੁਹਾਡੀ ਦੁਕਾਨ ਵੀ ਠੀਕ ਨਹੀਂ ਚੱਲ ਰਹੀ ਸੀ। ਭਾਈ ਵੀ ਕੁਝ ਖਾਸ ਪੈਸੇ ਨਹੀਂ ਕਮਾ ਰਹੇ ਸਨ, ਪਰ ਸਾਨੂੰ ਅਜਿਹਾ ਕੋਈ ਕੰਮ ਨਹੀਂ ਮਿਲ ਰਿਹਾ ਸੀ ਜਿਸ ਨੂੰ ਕਿ ਅਸੀਂ ਕਰਕੇ ਪੈਸੇ ਕਮਾ ਸਕੀਏ। ਫਿਰ ਭਾਈ ਦੇ ਇੱਕ ਦੋਸਤ ਨੇ ਉਸ ਨੂੰ ਇੱਕ ਕੰਮ ਦਿੱਤਾ। ਦਰਅਸਲ ਭਾਈ ਦੇ ਦੋਸਤ ਨੇ ਇੱਕ ਬਹੁਤ ਹੀ ਵਧੀਆ ਨਸਲ ਦੇ ਕੁੱਤੇ ਦੇ ਬੱਚੇ ਰੱਖੇ ਹੋਏ ਸਨ। ਇਹ ਬੱਚੇ 5-6 ਸਨ, ਪਰ ਇਹਨਾਂ ਨੂੰ ਸੰਭਾਲਣਾ ਉਸ ਲਈ ਔਖਾ ਸੀ। ਇਸ ਲਈ ਉਸ ਨੇ ਇਹਨਾਂ ਬੱਚਿਆਂ ਨੂੰ ਸੰਭਾਲਣ ਦਾ ਕੰਮ ਸਾਨੂੰ ਦੇ ਦਿੱਤਾ ਤੇ ਇਸ ਕੰਮ ਲਈ ਸਾਨੂੰ ਬਹੁਤ ਸਾਰੇ ਪੈਸੇ ਵੀ ਦਿੱਤੇ। ਭਾਈ ਵੀ ਪੂਰਾ ਦਿਨ ਉੱਥੇ ਹੀ ਹੁੰਦੇ ਸਨ, ਪਰ ਰਾਤ ਨੂੰ ਭਾਈ ਨੇ ਆਰਾਮ ਵੀ ਕਰਨਾ ਹੁੰਦਾ ਸੀ। ਇਸ ਲਈ ਉਹ ਉਹਨਾਂ ਬੱਚਿਆਂ ਨੂੰ ਆਪਣੇ ਕਮਰੇ ਵਿੱਚ ਲੈ ਆਉਂਦੇ ਤੇ ਮੈਂ ਉਹਨਾਂ ਨੂੰ ਸੰਭਾਲ ਲੈਂਦੀ ਸੀ। ਬੈੱਡ ਦੀ ਚਾਦਰ ਤੇ ਉਹਨਾਂ ਦੇ ਹੀ ਵਾਲ ਲੱਗੇ ਹੁੰਦੇ ਸਨ, ਜਿਨ੍ਹਾਂ ਨੂੰ ਮੈਂ ਸਵੇਰੇ ਉੱਠ ਕੇ ਧੋ ਦਿੰਦੀ ਸੀ, ਕਿਉਂਕਿ ਸਾਨੂੰ ਪਤਾ ਸੀ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਨਹੀਂ ਹਨ। ਇਸ ਲਈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਸੀ। ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਕੁੱਤੇ ਦੇ ਬੱਚਿਆਂ ਤੋਂ ਮੈਨੂੰ ਐਲਰਜੀ ਹੈ ਤੇ ਇਸ ਲਈ ਮੈਂ ਬੇਹੋਸ਼ ਹੋ ਜਾਂਦੀ ਸੀ। ਭਾਈ ਨੇ ਜੋ ਮੈਨੂੰ ਦਵਾਈਆਂ ਲਿਆ ਕੇ ਦਿੱਤੀਆਂ ਸਨ ਉਹ ਵੀ ਐਲਰਜੀ ਦੀਆਂ ਸਨ। ਮਾਂ ਭਾਈ ਦਾ ਉਹ ਦੋਸਤ ਬਹੁਤ ਅਮੀਰ ਹੈ ਤੇ ਉਹ ਸਾਨੂੰ ਇੱਕ ਦਿਨ ਦੇ 800 ਰੁਪਏ ਦੇ ਰਿਹਾ ਸੀ। ਅੱਜ ਉਹਨਾਂ ਬੱਚਿਆਂ ਦਾ ਆਖਰੀ ਦਿਨ ਸੀ, ਕਿਉਂਕਿ ਹੁਣ ਉਹ ਉਹਨਾਂ ਨੂੰ ਦੂਜੇ ਸ਼ਹਿਰ ਵਿੱਚ ਲੈ ਗਿਆ ਹੈ। ਅਸੀਂ ਇੰਨੇ ਪੈਸੇ ਕਮਾ ਲਏ ਹਨ ਕਿ ਅਸੀਂ ਉਸ ਕਮਰੇ ਦੀ ਛੱਤ ਪਵਾ ਸਕਦੇ ਹਾਂ। ਸਾਨੂੰ ਪਤਾ ਹੈ ਕਿ ਤੁਹਾਨੂੰ ਪਾਲਤੂ ਜਾਨਵਰ ਪਸੰਦ ਨਹੀਂ ਹਨ, ਇਸ ਲਈ ਅਸੀਂ ਇਹ ਗੱਲ ਤੁਹਾਨੂੰ ਨਹੀਂ ਦੱਸੀ ਸੀ, ਪਰ ਤੁਸੀਂ ਤਾਂ ਸਾਡੇ ਬਾਰੇ ਪਤਾ ਨਹੀਂ ਕੀ ਸੋਚ ਲਿਆ, ਸਾਡੇ 'ਤੇ ਸ਼ੱਕ ਕੀਤਾ ਤੇ ਜੋ ਗੱਲਾਂ ਤੁਸੀਂ ਕਹਿੰਦੇ ਸੀ ਉਹ ਸਾਡੇ ਦਿਲ 'ਤੇ ਤੀਰ ਵਾਂਗ ਲੱਗਦੀਆਂ ਸਨ। ਮੈਨੂੰ ਪਤਾ ਹੈ ਕਿ ਉਹ ਮੇਰਾ ਸੌਤੇਲਾ ਭਾਈ ਹੈ, ਪਰ ਉਹ ਮੇਰੇ ਸਗੇ ਭਰਾਵਾਂ ਤੋਂ ਵੀ ਵੱਧ ਹੈ। ਉਸਨੇ ਹਰ ਵਾਰ ਸਾਡੇ ਬਾਰੇ ਹੀ ਸੋਚਿਆ ਹੈ। ਉਸਨੇ ਹਮੇਸ਼ਾ ਮੈਨੂੰ ਆਪਣੀ ਸਗੀ ਭੈਣ ਮੰਨਿਆ ਹੈ ਤੇ ਉਸਨੇ ਕਦੇ ਕੋਈ ਗਲਤ ਗੱਲ ਨਹੀਂ ਕਹੀ। ਉਹ ਸਾਡਾ ਹਰ ਤਰ੍ਹਾਂ ਨਾਲ ਸਾਥ ਦਿੰਦਾ ਹੈ, ਮਿਹਨਤ ਵੀ ਕਰਦਾ ਹੈ। ਪੂਰਾ ਦਿਨ ਉਹ ਕੰਮ ਕਰਦਾ ਸੀ ਤੇ ਰਾਤ ਨੂੰ ਮੈਂ ਉਸਦੀ ਮਦਦ ਕਰ ਦਿੰਦੀ ਸੀ। ਮੈਨੂੰ ਆਪਣੀ ਬੇਟੀ ਦੀਆਂ ਗੱਲਾਂ ਸੁਣ ਕੇ ਬਹੁਤ ਅਫਸੋਸ ਹੋ ਰਿਹਾ ਸੀ ਤੇ ਮੈਨੂੰ ਖੁਦ 'ਤੇ ਗੁੱਸਾ ਵੀ ਆ ਰਿਹਾ ਸੀ। ਮੈਂ ਆਪਣੇ ਬੱਚਿਆਂ ਦੇ ਬਾਰੇ ਕੀ ਸੋਚ ਰਹੀ ਸੀ। ਮੈਂ ਆਪਣੇ ਬੱਚਿਆਂ ਦੇ ਬਾਰੇ ਜਿੰਨਾ ਗਲਤ ਸੋਚ ਰਹੀ ਸੀ, ਮੇਰੇ ਬੱਚੇ ਉਸ ਤੋਂ ਕਿਤੇ ਵੱਧ ਚੰਗੇ ਨਿਕਲੇ। ਅਸੀਂ ਇਹ ਸਭ ਕੁਝ ਰਾਹੁਲ ਨੂੰ ਨਹੀਂ ਦੱਸਿਆ। ਅਰਚਨਾ ਨੇ ਵੀ ਉਸ ਨੂੰ ਕੁਝ ਨਹੀਂ ਦੱਸਿਆ ਸੀ ਕਿ ਮੈਨੂੰ ਸਭ ਕੁਝ ਪਤਾ ਚੱਲ ਗਿਆ ਹੈ, ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿੱਚ ਹੋਰ ਜ਼ਿਆਦਾ ਨਹੀਂ ਗਿਰਨਾ ਚਾਹੁੰਦੀ ਸੀ। ਕੁਝ ਦਿਨਾਂ ਬਾਅਦ ਰਾਹੁਲ ਨੇ ਉਸ ਕਮਰੇ ਦੀ ਛੱਤ ਪਵਾ ਦਿੱਤੀ ਤੇ ਸਾਡਾ ਕਮਰਾ ਠੀਕ ਹੋ ਗਿਆ। ਅਸੀਂ ਬਹੁਤ ਮਿਹਨਤ ਕੀਤੀ। ਮੇਰੀ ਬੇਟੀ ਨੇ ਵੀ ਹੁਣ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਸਾਡੇ ਦਿਨ ਬਦਲ ਗਏ। ਹੁਣ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਭਾਵੇਂ ਜ਼ਿੰਦਗੀ ਨੇ ਮੇਰੇ ਨਾਲ ਬੁਰਾ ਕੀਤਾ, ਪਰ ਮੇਰੇ ਨਾਲ ਇਹ ਗੱਲ ਚੰਗੀ ਹੋਈ ਸੀ ਕਿ ਮੇਰੇ ਬੱਚੇ ਬਹੁਤ ਜ਼ਿਆਦਾ ਚੰਗੇ ਸਨ। ਹੁਣ ਸਭ ਕੁਝ ਠੀਕ ਹੋ ਗਿਆ ਹੈ। ਰੱਬ ਦਾ ਸ਼ੁਕਰ ਹੈ। ਜਿਸ ਤਰ੍ਹਾਂ ਮੈਂ ਸੋਚ ਰਹੀ ਸੀ ਉਸ ਤਰ੍ਹਾਂ ਕੁਝ ਵੀ ਨਹੀਂ ਹੋਇਆ, ਪਰ ਇਸ ਤਰ੍ਹਾਂ ਹੋ ਵੀ ਸਕਦਾ ਸੀ। ਪਰ ਮੇਰੇ ਬੱਚੇ ਸਮਝਦਾਰ ਸਨ। ਉਹਨਾਂ ਦੇ ਦਿਲ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਮੈਂ ਅਜਿਹੀਆਂ ਮਾਵਾਂ ਨੂੰ ਇਹ ਜ਼ਰੂਰ ਕਹਾਂਗੀ ਕਿ ਉਹ ਆਪਣੇ ਬੱਚਿਆਂ 'ਤੇ ਇਸ ਮਾਮਲੇ ਵਿੱਚ ਜ਼ਰੂਰ ਧਿਆਨ ਦੇਣ ਤੇ ਅਜਿਹੀ ਗਲਤੀ ਨਾ ਕਰਨ ਜੋ ਮੈਂ ਕੀਤੀ ਸੀ, ਕਿਉਂਕਿ ਜੋ ਨਹੀਂ ਹੋਇਆ ਉਹ ਹੋ ਵੀ ਸਕਦਾ ਸੀ। ਜੇ ਹੋ ਜਾਂਦਾ ਤਾਂ ਸਭ ਕੁਝ ਖਤਮ ਹੋ ਜਾਂਦਾ। ਮੇਰੇ ਬੱਚੇ ਸਮਝਦਾਰ ਸਨ, ਸ਼ਾਇਦ ਇਸ ਲਈ ਕੁਝ ਅਜਿਹਾ ਨਹੀਂ ਹੋਇਆ। ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ। ਉਹ ਆਪਣੀ ਜ਼ਿੰਦਗੀ ਵਿੱਚ ਕੀ ਕਰ ਰਹੇ ਹਨ, ਇਸ ਗੱਲ ਦਾ ਧਿਆਨ ਰੱਖੋ। ਉਹਨਾਂ ਨੂੰ ਪਿਆਰ ਕਰਨ ਦੇ ਨਾਲ-ਨਾਲ ਉਹਨਾਂ 'ਤੇ ਥੋੜ੍ਹੀ ਜਿਹੀ ਸਖਤੀ ਵੀ ਰੱਖੋ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।